कंटिन्यू कर रहे हैं एंड इस टॉपिक दे विच जिहड़ा अज आपां डिस्कस करांगे एक आपां काफी प्रैक्टिकल एग्जांपल देखांगे। ओके सो ये प्रैक्टिकल एग्जांपल जो है ये आपां बॉक्स वाली ही कंटिन्यू कर रहे हैं। तुहानूं याद होएगा कि आपां जो कंस्ट्रक्टर दे केस दे विच ਜਦੋਂ ਆਪਾਂ ਬੇਸਿਕ ਕਲਾਸ ਦਾ ਕਨਸੈਪਟ ਦੇਖਿਆ ਸੀ ਕਿ ਕਲਾਸ ਕਿੱਦਾਂ ਡਿਜ਼ਾਈਨ ਕਰਦੇ ਆ ਐਂਡ ਕਲਾਸ ਦਾ ਬਲੂਪ੍ਰਿੰਟ ਕੀ ਹੈ, ਕਲਾਸ ਦੇ ਆਬਜੈਕਟਸ ਕੀ ਨੇ। ਓਕੇ ਐਂਡ ਉਸ ਤੋਂ ਬਾਅਦ ਫਿਰ ਆਪਾਂ ਕੰਸਟਰਕਟਰਸ ਦੇਖੇ ਸੀ, ਉਸ ਦੇ ਵਿੱਚ ਆਪਾਂ ਇਹ ਐਗਜ਼ਾਮਪਲ ਯੂਜ਼ ਕੀਤੀ ਸੀ ਬਾਕਸ। ਓਕੇ ਸੋ ਬਾਕਸ ਦੇ ਜੋ ਐਗਜ਼ਾਮਪਲ ਹੈ ਉਸੇ ਨੂੰ ਆਪਾਂ ਅੱਜ ਇੱਥੇ ਐਕਸਟੈਂਡ ਕਰ। ਓਕੇ ਸਟੂਡੈਂਟਸ, हाँ जी ठीक है जी। यस सर। ओके बेटा सो इस केस ਦੇ ਵਿੱਚ ਅਗਰ ਆਪਾਂ ਗੱਲ ਕਰੀਏ ਬਾਕਸ ਦੀ ਤਾਂ ਤੁਸੀਂ ਇੱਥੇ ਦੇਖੋਗੇ ਕਿ ਜਿਹੜਾ ਆ ਕਲਾਸ ਬਾਕਸ ਹੈ ਓਕੇ ਸੋ ਇਹਦੇ ਵਿੱਚ ਉਹੀ ਪੈਰਾਮੀਟਰ ਆਪਾਂ ਯੂਜ਼ ਕਰ ਰਹੇ ਹਾਂ, ਉਹੀ ਵੇਰੀਏਬਲਸ ਆਪਾਂ ਯੂਜ਼ ਕਰ ਰਹੇ ਹਾਂ ਜਿਹੜੇ ਕਿ ਪਹਿਲਾਂ ਆਪਾਂ ਆਲਰੇਡੀ ਯੂਜ਼ ਕੀਤੇ ਹੋਏ ਸੀਗੇ ਜਦੋਂ ਆਪਾਂ ਕੰਸਟਰਕਟਰ ਕ੍ਰੀਏਟ ਕੀਤੇ ਸੀ। सो क्लास बॉक्स डबल विड्थ हाइट डबल डेप्थ। बेटा मैं नाल ही इसके नाल ही कोडिंग करता चलूंगा, ठीक है, ताकि तुहानूं नाल ही समझ आ रही है सारा कुछ, ठीक है। सो नाल ही आप इक्लिप्स भी ओपन कर लेने। ओके सो ये सीगा अपना कल वाला प्रोग्राम जो आप कीता सी। सो इहदे विच कुछ एरर आ रहा सी, वो एरर इस करके आ रहा सी क्योंकि आप आई ते जे जिहड़ा वेरिएबल सी उसनूं प्राइवेट करता सी। सो उसनूं वापस आप पब्लिक कर दिंदे आ, इसमें सेव कर लेने। ओके नाउ नेक्स्ट अपने कोल है ਆਪਾਂ ਕਿਥੇ ਨਵਾਂ ਕ੍ਰੀਏਟ ਕਰਦੇ ਹਾਂ ਪ੍ਰੋਜੈਕਟ ਐਂਡ दैट इज बेसिकली बॉक्स। ठीक है सो ਆਪਾਂ ਨਾਮ ਦੇਖ ਲੈਨੇ ਇੱਥੇ ਮੇਨ ਕਲਾਸ ਦਾ ਨਾਮ ਕੀ ਹੈ, ਆਪਾਂ ਉਹੀ ਕਲਾਸ ਦਾ ਨਾਮ ਰੱਖ ਲੈਨੇ दैट इज डेमो बॉक्स वेट। ओके सो डेमो बॉक्स वेट ਇਹਦਾ ਆਪਾਂ ਨਾਮ ਰੱਖ ਲਿਆ। ਉਸ ਤੋਂ ਬਾਅਦ ਇਹਨੂੰ ਆਪਾਂ ਫਿਨਿਸ਼ ਕਰ ਰਹੇ ਆ। ਇਹ ਸਾਨੂੰ ਇੱਕ ਮੋਡਿਊਲ ਕ੍ਰੀਏਟ ਕਰਨ ਲਈ ਕਹਿ ਰਹੇ ਆ। ਮੋਡਿਊਲ ਨੂੰ ਤੁਸੀਂ ਕ੍ਰੀਏਟ ਹੋਣ ਦਿਓ, ਉਸ ਦੇ ਵਿੱਚ ਕੋਈ ਆਪਾਂ ਨੂੰ ਦਿੱਕਤ ਨਹੀਂ ਹੈ। ਸੋ ਵਾਂਸ ਇਟ ਇਜ਼ ਡਨ, ਜਦੋਂ ਇੱਕ ਵਾਰੀ ਇਹ ਕੰਪਲੀਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਅਸੀਂ ਪੁਰਾਣੀਆਂ ਫਾਈਲ ਸਾਰੀਆਂ ਕਲੋਜ਼ ਕਰ ਦਿੰਦੇ ਆ ਐਂਡ ਅਸੀਂ ਨਾਲ ਕੀ ਕਰਦੇ ਆ, ਜੋ ਸੋਰਸ ਫਾਈਲ ਜੋ ਸੋਰਸ ਫੋਲਡਰ ਹੈ ਸਾਡਾ। ਬੇਟਾ ਸਕਰੀਨ ਵਿਜ਼ੀਬਲ ਹੈ ਸਾਰਿਆਂ ਨੂੰ? यस सर। यस सर। यस सर। ओके सो ਜਿਹੜਾ ਸੋਰਸ ਫੋਲਡਰ ਹੈ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਹੁਣ, ਵਿਲ ਕ੍ਰੀਏਟ ਅ ਨਿਊ ਕਲਾਸ। ਠੀਕ ਹੈ, ਇੱਕ ਨਵੀਂ ਕਲਾਸ ਕ੍ਰੀਏਟ ਕਰਾਂਗੇ। ਕਲਾਸ ਦੇ ਲਈ ਬੇਟਾ ਤੁਹਾਨੂੰ ਯਾਦ ਹੈ ਸਾਰਿਆਂ ਨੂੰ ਕਿ ਕਲਾਸ ਆਪਾਂ ਪੈਕੇਜ ਚ ਰੱਖਣੀ ਹੁੰਦੀ ਹੈ। ਸੋ ਆਪਾਂ ਇੱਥੇ ਡਿਫਰੈਂਟ ਪੈਕੇਜ ਦੀ ਗੱਲ ਨਹੀਂ ਕਰ ਰਹੇ, ਪੈਕੇजेस ਆਪਾਂ ਡਿਫਰੈਂਟ ਪੈਕੇजेस ਦੇ ਬਾਰੇ ਆਪਾਂ ਨੈਕਸਟ ਚੈਪਟਰ 'ਚ ਗੱਲ ਕਰਾਂਗੇ। ਫਿਲਹਾਲ ਆਪਾਂ ਨੂੰ ਇਹ ਪਤਾ ਹੈ ਵੀ ਆਪਾਂ ਇੱਕੋ ਹੀ ਪੈਕੇਜ ਯੂਜ਼ ਕਰ ਰਹੇ ਹਾਂ, ਤਾਂ ਆਪਾਂ ਇੱਕੋ ਹੀ ਪੈਕੇਜ ਇੱਥੇ ਲਿਖ ਸਕਦੇ ਹਾਂ। ਲਾਈਕ ਆਪਾਂ ਬਾਕਸ ਵੇਟ ਐਗਜ਼ਾਮਪਲ ਕੁਝ ਪੈਕੇਜ ਇਦਾਂ ਦਾ ਨਾਮ ਬਣਾ ਲੈਂਦੇ ਆ, ਤੁਸੀਂ ਕੋਈ ਵੀ ਪੈਕੇਜ ਦਾ ਨਾਮ ਬਣਾ ਸਕਦੇ ਹੋ। ਓਕੇ ਸੋ ਹੁਣ ਆਪਣੀ ਸਭ ਤੋਂ ਪਹਿਲਾਂ ਕਲਾਸ ਦੀ ਗੱਲ ਆਉਂਦੀ ਹੈ ਬਾਕਸ ਕਲਾਸ। ਸੋ ਆਪਾਂ ਬਾਕਸ ਕਲਾਸ ਕ੍ਰੀਏਟ ਕਰਨੀ ਹੈ। ਸੋ ਇੱਥੇ ਲਿਖੋ ਬਾਕਸ ਐਂਡ ਕਿਉਂਕਿ ਇਹ ਕਲਾਸ ਜੋ ਹੈ ਇਹ ਫਾਈਨਲ ਕਲਾਸ ਨਹੀਂ ਹੈ, ਮੇਨ ਕਲਾਸ ਨਹੀਂ ਹੈ, ਸੋ ਇਸ ਕਰਕੇ ਅਸੀਂ ਜੋ ਇੱਥੇ ਜਿਹੜਾ ਟਿਕ ਹੈ ਉਹ ਨਹੀਂ ਲਗਾਵਾਂਗੇ ਕਿਉਂਕਿ ਮੇਨ ਕਲਾਸ ਨਹੀਂ ਹੈ, ਸਿੰਪਲ ਕਲਾਸ ਹੈ ਸਾਡੀ। ਸੋ ਇਸ ਨੂੰ ਫਿਨਿਸ਼ ਕਰਾਂਗੇ। ਸੋ ਇਹ ਸਾਡੇ ਕੋਲ ਇੱਕ ਸਿੰਪਲ ਕਲਾਸ ਇੱਥੇ ਕ੍ਰੀਏਟ ਹੋ ਗਈ। ਓਕੇ ਸੋ ਇਸ ਕਲਾਸ ਦੇ ਵਿੱਚ ਹੁਣ ਆਪਾਂ ਕੀ ਦੇਖਾਂਗੇ, ਕਿਹੜੇ ਕਿਹੜੇ ਵੇਰੀਏਬਲਸ ਆਪਾਂ ਕ੍ਰੀਏਟ ਕੀਤੇ ਹੋਏ ਨੇ, ਕਿਹੜੇ ਕਿਹੜੇ ਇੰਸਟੈਂਸ ਵੇਰੀਏਬਲਸ ਔਰ ਕਹ ਲਓ ਡੇਟਾ ਮੈਂਬਰਸ, ਠੀਕ ਹੈ, ਪ੍ਰੋਪਰਟੀਜ਼, ਐਟਰੀਬਿਊਟਸ, ਕੁਝ ਵੀ ਤੁਸੀਂ ਨਾਮ ਦੇ ਸਕਦੇ। ਸੋ ਸਭ ਤੋਂ ਪਹਿਲਾ ਹੈ ਡਬਲ ਵਿਡਥ ਐਂਡ ਉਸ ਤੋਂ ਬਾਅਦ ਹੈ ਡਬਲ ਹਾਈਟ ਐਂਡ ਉਸ ਤੋਂ ਬਾਅਦ ਹੈ ਡਬਲ ਆਈ ਥਿੰਕ डेप्थ बेटा। ठीक है सो विड्थ हाइट एंड डेप्थ। सो उस तो बाद अपने कोल है जो अपन कंस्ट्रक्टर क्रिएट कर रहे हैं। ओके सो नेक्स्ट वी आर क्रिएटिंग अ कंस्ट्रक्टर। सो इस केस ਦੇ ਵਿੱਚ ਆਪਾਂ ਕੀ ਕਰ ਰਹੇ ਹਾਂਗੇ, ਕੰਸਟਰਕਟਰ ਜੋ ਹੈ ਆਪਣੇ ਕੋਲ ਬਾਕਸ ਨਾਮ ਦਾ ਕੰਸਟਰਕਟਰ ਹੈ। ਓਕੇ ਸੋ ਇਹ ਜਿਹੜਾ ਬਾਕਸ ਨਾਮ ਦਾ ਕੰਸਟਰਕਟਰ ਹੈ
ਕਿ ਇਹ ਜਿਹੜਾ ਬਾਕਸ ਨਾਮ ਦਾ ਕੰਸਟਰਕਟਰ ਹੈ ਇਸ ਦੇ ਵਿੱਚ ਇੱਕ ਪੈਰਾਮੀਟਰ ਜਾ ਰਿਹਾ। ਇਸ ਦੇ ਵਿੱਚ ਪੈਰਾਮੀਟਰ ਕੀ ਜਾ ਰਿਹਾ ਬੇਟਾ? ਇਸ ਦੇ ਵਿੱਚ ਪੈਰਾਮੀਟਰ ਤੁਸੀਂ ਦੇਖੋਗੇ ਇਸ ਪੈਰਾਮੀਟਰ ਦੀ ਡੇਟਾ ਟਾਈਪ ਕੀ ਹੈ? ਬਾਕਸ, ਯਾਨੀ ਬਾਕਸ ਤਾਂ ਸਾਡੀ ਕਲਾਸ ਹੈ। ਸੋ ਦੈਟ ਮੀਨਸ ਅਸੀਂ ਇੱਕ ਆਬਜੈਕਟ ਨੂੰ ਐਜ਼ ਅ ਪੈਰਾਮੀਟਰ ਪਾਸ ਕਰ ਰਹੇ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਅਸੀਂ ਇੱਕ ਆਬਜੈਕਟ ਨੂੰ ਐਜ਼ ਅ ਪੈਰਾਮੀਟਰ ਪਾਸ ਕਰ ਰਹੇ। ਓਕੇ, ਸੋ ਇਹਨੂੰ ਵੀ ਆਪਾਂ ਕ੍ਰੀਏਟ ਕਰਕੇ ਦੇਖਦੇ ਹਾਂ। ਸੋ ਇੱਥੇ ਬਾਕਸ ਕੰਸਟਰਕਟਰ ਹੈ ਐਂਡ ਇਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਕੀ ਕਰ ਰਹੇ ਹਾਂ? ਇੱਕ ਬਾਕਸ ਨਾਮ ਦਾ ਵੇਰੀਏਬਲ ਪਾਸ ਕਰ ਰਹੇ ਹਾਂ ਸਿੰਪਲ ਲੈਂਗੁਏਜ। ਔਰ ਅਗਰ ਅਸੀਂ ਵੈਸੇ ਗੱਲ ਕਰੀਏ ਤਾਂ ਇਹ ਕੀ ਚੀਜ਼ ਹੈ? ਦਿਸ ਇਜ਼ the object of box class। ਠੀਕ ਹੈ, ਸੋ ਅਸੀਂ ਇਹ ਚੀਜ਼ ਪਾਸ ਕਰ ਰਹੇ। ਹੁਣ ਅਸੀਂ ਕਰਨਾ ਕੀ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ width ਹੈ ਤੇ ਜਿਹੜਾ ਸਾਡਾ ਆਬਜੈਕਟ ਅਸੀਂ ਪਾਸ ਕੀਤਾ OB, ਜੋ ਉਸ ਦੀ width ਹੈ ਉਹ ਸੇਮ width ਅਸੀਂ ਕੀ ਕਰੀਏ? ਇਸ ਚ ਕਾਪੀ ਕਰ ਦਈਏ। ਉਹ ਸੇਮ width ਅਸੀਂ ਕੀ ਕਰੀਏ? ਇਸ ਚ ਕਾਪੀ ਕਰ ਦਈਏ ਆਹ ਵਾਲੇ width ਚ। ਠੀਕ ਹੈ, ਸੋ ਸੇਮ ਵਾਈਜ਼ ਅਸੀਂ ਕੀ ਕਰਾਂਗੇ? ਸੇਮ ਵਾਈਜ਼ ਅਸੀਂ ਜਿਹੜੀ ਹਾਈਟ ਹੈ ਉਸ ਨੂੰ ਵੀ ਕਾਪੀ ਕਰ ਦਾਂਗੇ OB ਡਾਟ ਹਾਈਟ ਐਂਡ ਸੇਮ ਵਾਈਜ਼ ਅਸੀਂ ਜੋ ਡੈਪਥ ਹੈ ਉਸ ਨੂੰ ਵੀ ਕੀ ਕਰਾਂਗੇ? ਕਾਪੀ ਕਰ। ਓਕੇ, ਸੋ ਤਿੰਨੇ ਚੀਜ਼ਾਂ ਸਾਡੇ ਕੋਲ ਕੀ ਹੋ ਚੁੱਕੀਆਂ? ਕਾਪੀ ਹੋ ਚੁੱਕੀਆਂ। ਸੋ ਜਿਹੜਾ ਆ ਆਬਜੈਕਟ ਅਸੀਂ ਪਾਸ ਕਰਾਂਗੇ, ਸੋ ਇਸ ਆਬਜੈਕਟ ਦੀ ਜੋ width ਹੈ, ਹਾਈਟ ਹੈ, ਡੈਪਥ ਹੈ, ਉਹ ਸਾਰੀਆਂ ਚੀਜ਼ਾਂ ਕਿਸ ਚ ਹੋ ਜਾਣਗੀਆਂ? ਕਾਪੀ ਹੋ ਜਾਣਗੀਆਂ width, ਹਾਈਟ ਤੇ ਡੈਪਥ। ਸੋ ਜਦੋਂ ਵੀ ਕੋਈ ਨਵਾਂ ਆਬਜੈਕਟ ਕ੍ਰੀਏਟ ਹੋਏਗਾ ਤੇ ਅਗਰ ਅਸੀਂ ਉਸਦੇ ਬ੍ਰੈਕਟ ਦੇ ਵਿੱਚ ਕੋਈ ਐਗਜ਼ਿਸਟਿੰਗ ਆਬਜੈਕਟ ਪਾਸ ਕਰਤਾ ਤਾਂ ਦੈਨ ਦੈਟ ਮੀਨਸ ਕਿ ਉਸ ਐਗਜ਼ਿਸਟਿੰਗ ਆਬਜੈਕਟ ਦੀਆਂ ਜੋ ਪ੍ਰੋਪਰਟੀਜ਼ ਨੇ, ਯਾਨੀ width, ਹਾਈਟ ਤੇ ਡੈਪਥ ਹੈ, ਉਹ ਸੇਮ ਹੀ ਕਾਪੀ ਹੋ ਜਾਣਗੀਆਂ ਨਵੇਂ ਆਬਜੈਕਟ ਦੇ ਵਿੱਚ। ਠੀਕ ਹੈ, ਇਸ ਦੀ ਐਗਜ਼ਾਮਪਲ ਆਪਾਂ ਜਿਵੇਂ ਚੱਲੂਗਾ ਉਦੋਂ ਆਪਾਂ ਫਿਰ ਦੇਖਾਂਗੇ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਕੀ ਚੀਜ਼ ਹੈ? ਇੱਥੇ ਨੈਕਸਟ ਹੈ ਆਪਣੇ ਕੋਲ ਸਿੰਪਲ ਇੱਕ ਕੰਸਟਰਕਟਰ ਹੈ ਜਿਹੜਾ ਪੈਰਾਮੀਟਰਾਈਜ਼ ਕੰਸਟਰਕਟਰ ਹੈ। ਇਹ ਤੁਹਾਨੂੰ ਯਾਦ ਹੋਏਗਾ। ਸੋ ਇਸ ਦੇ ਵਿੱਚ ਆਪਾਂ ਸਿੰਪਲ ਲਿਖਿਆ ਜਸਟ ਅ ਸੈਕਿੰਡ, ਸਿੰਪਲ ਲਿਖਿਆ ਆਪਾਂ ਡਬਲ, ਦੈਨ ਡਬਲ W, then double H, then double D। So ਅਸੀਂ ਤਿੰਨ ਵੇਰੀਏਬਲਸ ਲੈ ਲਏ ਬੇਟਾ। W is width, H is height and D is depth। So simply ਕਰਨਾ ਕੀ ਹੈ? width equals to W and height equals to H and then depth equals to D। Okay, so ਇਹ ਚੀਜ਼ ਆਪਾਂ ਕੀ ਕਰਤੀ ਹੈ? ਇਹ ਹੋ ਗਿਆ ਆਪਣਾ ਸੈਕਿੰਡ ਕੰਸਟਰਕਟਰ। ਸੋ ਇੱਥੇ ਬੇਟਾ ਕੀ ਕਰ ਰਹੇ ਹਾਂ ਆਪਾਂ? ਇੱਥੇ ਕਰ ਰਹੇ ਹਾਂ ਅਸੀਂ ਕਲੋਨਿੰਗ ਆਫ ਆਬਜੈਕਟ ਦੀ ਕਲੋਨਿੰਗ ਕਰ ਰਹੇ, ਯਾਨੀ ਆਬਜੈਕਟ ਨੂੰ ਕਾਪੀ ਕਰ ਰਹੇ। ਇੱਥੇ ਕੀ ਕਰ ਰਹੇ ਹਾਂ? ਇੱਥੇ ਅਸੀਂ ਸਿੰਪਲ ਪੈਰਾਮੀਟਰਾਈਜ਼ਡ ਕੰਸਟਰਕਟਰ। ਦਿਸ ਇਜ਼ ਪੈਰਾਮੀਟਰਾਈਜ਼ਡ ਕੰਸਟਰਕਟਰ। ਓਕੇ, ਨਾਓ ਨੈਕਸਟ ਕੀ ਆਪਣੇ ਕੋਲ? ਨੈਕਸਟ ਚੱਲੇਗਾ ਇੱਕ ਡਿਫਾਲਟ ਕੰਸਟਰਕਟਰ। ਓਕੇ, ਡਿਫਾਲਟ ਕੰਸਟਰਕਟਰ। ਸੋ width ਇਸ ਦੀ ਇਹਨਾਂ ਨੇ ਦਿੱਤੀ -1 ਵੈਲਿਊ। ਬੇਟਾ ਤੁਸੀਂ ਕੁਝ ਵੀ ਦੇ ਸਕਦੇ ਹੋ, ਇਹ ਤੁਹਾਡੀ ਮਰਜ਼ੀ ਹੈ। ਠੀਕ ਹੈ, -1 ਦਾ ਮਤਲਬ ਕੀ ਹੁੰਦਾ? -1 ਦਾ ਮਤਲਬ ਹੁੰਦਾ ਇਟ ਇਜ਼ ਯੂਜ਼ਡ ਟੂ ਇੰਡੀਕੇਟ ਐਨ ਅਨਇਨੀਸ਼ੀਅਲਾਈਜ਼ਡ ਬਾਕਸ। ਮਤਲਬ ਬਾਕਸ ਅਗਰ ਤੁਸੀਂ ਸਿੰਪਲ ਤੁਸੀਂ ਕੋਈ ਕੰਸਟਰਕਟਰ ਕਾਲ ਨਹੀਂ ਕੀਤਾ, ਕੋਈ ਵੈਲਿਊਜ਼ ਪਾਸ ਨਹੀਂ ਕੀਤੀਆਂ, ਦੈਟ ਮੀਨਸ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਤੁਸੀਂ ਕੋਈ ਵੀ ਵੈਲਿਊ ਇਨੀਸ਼ੀਅਲਾਈਜ਼ ਨਹੀਂ ਕੀਤੀ, ਤੁਸੀਂ ਕੋਈ ਵੀ ਬਾਕਸ ਨੂੰ ਵੈਲਿਊ ਨਹੀਂ ਦਿੱਤੀ। ਸੋ ਇੱਥੇ ਅਸੀਂ ਤਾਂ ਕਰਕੇ -1 ਲਿਖ ਰਹੇ। ਹਾਂਜੀ ਬੇਟਾ, ਕਲੀਅਰ ਹੈ ਇਹ ਚੀਜ਼? Yes, sir. Yes, sir. ਹਾਂਜੀ ਠੀਕ ਹੈ ਸਰ। ਬੇਟਾ, ਜਦੋਂ ਇਹ ਚੱਲੇਗਾ ਆਪਾਂ ਪ੍ਰੋਗਰਾਮ ਨੂੰ ਹੋਰ ਥੋੜਾ ਕਲੈਰਿਟੀ ਨਾਲ ਦੇਖਾਂਗੇ। ਓਕੇ, ਸੋ ਨੈਕਸਟ ਇਜ਼ ਬਾਕਸ। ਇੱਕ ਹੋਰ ਕੰਸਟਰਕਟਰ ਕ੍ਰੀਏਟ ਕਰ ਰਹੇ ਹਾਂ ਬੇਟਾ। ਇਦਾਂ ਦੇ ਤੁਸੀਂ ਜਿੰਨੇ ਮਰਜ਼ੀ ਚਾਹੋ ਕੰਸਟਰਕਟਰ ਕ੍ਰੀਏਟ ਕਰ ਸਕਦੇ ਹੋ, ਪਰ ਹਮੇਸ਼ਾ ਯਾਦ ਰੱਖਣਾ ਕਿ ਇੱਕ ਹੀ ਤਰ੍ਹਾਂ ਦੇ ਦੋ ਕੰਸਟਰਕਟਰ ਨਹੀਂ ਹੋਣਗੇ। ਸੋ ਦੇਖੋ, ਜਿਵੇਂ ਆਹ ਵਾਲਾ ਸੇਮ ਕੰਸਟਰਕਟਰ ਹੈ, ਆਹ ਵਾਲਾ ਵੀ, ਇੱਥੇ ਵੀ ਇੱਕ ਜਸਟ ਅ ਸੈਕਿੰਡ, ਇੱਥੇ ਵੀ ਇੱਕ ਸੇਮ ਕੰਸਟਰਕਟਰ ਹੈ। ਸੋ ਇਹ ਹਮੇਸ਼ਾ ਇਸ਼ੂ ਕ੍ਰੀਏਟ ਕਰੇਗਾ। ਇਹਨਾਂ ਦੇ ਵਿੱਚ ਕੁਝ ਨਾ ਕੁਝ ਹਲਕਾ ਫੁਲਕਾ ਜਿਹਾ ਫਰਕ ਹੋਣਾ ਚਾਹੀਦਾ। ਫॉर एग्जांपल ਹੁਣ ਨੈਕਸਟ ਕੰਸਟਰਕਟਰ ਦੇ ਵਿੱਚ ਆਪਾਂ ਕੀ ਕਰਾਂਗੇ? ਸਿਰਫ ਇੱਕ ਵੇਰੀਏਬਲ ਪਾਸ ਕਰਾਂਗੇ। ਸੋ ਓਨਲੀ 1 ਪੈਰਾਮੀਟਰ। ਸੋ ਇਹ ਕੀ ਕਰੇਗਾ? ਅਸੀਂ ਚਾਹੁੰਦੇ ਹਾਂ ਕਿ ਜੋ width ਹੈ ਉਸ ਨੂੰ ਵੀ ਇਹੀ ਵੈਲਿਊ ਮਿਲ ਜਾਏ। ਠੀਕ ਹੈ, तो या ਤੁਸੀਂ ਸਿੰਪਲ ਇੱਕ ਲਾਈਨ ਦੇ ਵਿੱਚ ਵੀ ਲਿਖ ਸਕਦੇ ਹੋ ਇਸਨੂੰ। ਸਿੰਪਲ ਤੁਸੀਂ ਇੱਕ ਲਾਈਨ ਦੇ ਵਿੱਚ ਵੀ ਲਿਖ ਸਕਦੇ ਹੋ ਇਸਨੂੰ। ਓਕੇ, ਸੋ ਉਹ ਕਿੱਦਾਂ ਲਿਖ ਸਕਦੇ ਹੋ ਤੁਸੀਂ? that is
width equals to length, len वैल्यू ਜਿਹੜੀ ਦਿੱਤੀ ਹੈ ਅਲੱਗ-ਅਲੱਗ ਚ ਵੀ ਲਿਖ ਸਕਦੇ ਹੋ ਜਾਂ ਤੁਸੀਂ ਸਿੰਪਲ ਇਦਾਂ ਵੀ ਕਰ ਸਕਦੇ ਹੋ height equals to depth equals to length। ਸੋ ਤਿੰਨਾਂ ਵੇਰੀਏਬਲਸ ਨੂੰ ਇੱਕੋ ਹੀ ਵੈਲਿਊ ਮਿਲ ਜੇ। ਹਾਂਜੀ ਕਲੀਅਰ ਹੈ ਬੇਟਾ ਇੱਥੇ ਤੱਕ ਸਾਰਿਆਂ ਨੂੰ? Yes, sir. Yes, sir. Yes, sir. ਓਕੇ ਸੋ ਇੱਥੇ ਤੱਕ ਆਪਣਾ ਹੋ ਗਿਆ। ਉਸ ਤੋਂ ਬਾਅਦ ਆਪਾਂ ਨੈਕਸਟ ਦੇਖਦੇ ਹਾਂ। ਨੈਕਸਟ ਅਸੀਂ ਇੱਥੇ ਰੱਖ ਰਹੇ ਹਾਂਗੇ ਇੱਕ ਡਬਲ ਵੋਲਿਊਮ ਦਾ ਫੰਕਸ਼ਨ ਜਿਹੜਾ ਕਿ ਵੋਲਿਊਮ ਨੂੰ ਕੰਪਿਊਟ ਕਰੇਗਾ। ਸੋ ਡਬਲ ਵੋਲਿਊਮ, ਸੋ ਇੱਕ ਸਿੰਪਲੀ ਕੀ ਕਰੇਗਾ, ਇਟ ਵਿਲ ਕੈਲਕੂਲੇਟ ਦ ਵੋਲਿਊਮ। ਸੋ ਇਹ ਕੀ ਕਰੇਗਾ, ਇਹ ਵੋਲਿਊਮ ਕੈਲਕੂਲੇਟ ਕਰੇਗਾ। ਸਿਰਫ ਇੰਨਾ ਹੀ ਕੰਮ ਹੈ ਇਸਦਾ, ਰਿਟਰਨ width into height into depth, that's। ਹਾਂਜੀ ਬੇਟਾ ਇਸ ਕਲਾਸ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਇਸ ਪੂਰੇ ਪ੍ਰੋਗਰਾਮ ਦੇ ਵਿੱਚ? No, sir. No, sir. No. No, sir. ਓਕੇ ਬੇਟਾ, ਸੋ ਇਹ ਸੀਗਾ ਸਾਡੀ ਬਾਕਸ ਕਲਾਸ। ਉਸ ਤੋਂ ਬਾਅਦ ਅਸੀਂ ਮੂਵ ਕਰਦੇ ਹਾਂ ਬਾਕਸ ਵੇਟ ਕਲਾਸ ਤੇ। ਠੀਕ ਹੈ, ਸੋ ਬਾਕਸ ਵੇਟ ਕਲਾਸ ਤੇ ਮੂਵ ਕਰਦੇ ਹਾਂ ਜਿਹੜੀ ਕਿ ਹੁਣ ਅਸੀਂ ਇਨਹੈਰੀਟੈਂਸ ਦੇ ਨਾਲ ਬਣਾਣੀ। ਸੋ ਇਨਹੈਰੀਟੈਂਸ ਦਾ ਕਨਸੈਪਟ ਇੱਥੇ ਲਗਾਵਾਂਗੇ ਅਸੀਂ ਬਾਕਸ ਵੇਟ ਕਲਾਸ ਤੇ। ਹੁਣ ਇੱਥੇ ਤੁਸੀਂ ਸੇਮ ਜਿਹੜਾ ਪੈਕੇਜ ਹੈ ਪੈਕੇਜ ਤੇ ਜਾ ਕੇ ਰਾਈਟ ਕਲਿੱਕ ਕਰੋ, ਰਾਈਟ ਕਲਿੱਕ ਕਰਕੇ ਨਿਊ, ਦੈਨ ਉਸ ਤੋਂ ਬਾਅਦ ਕਲਾਸ ਕ੍ਰੀਏਟ ਕਰੋਗੇ ਐਂਡ ਇੱਥੇ ਤੁਹਾਡੇ ਕੋਲ ਆ ਜਾਏਗਾ ਬਾਕਸ ਵੇਟ ਕਲਾਸ। ਠੀਕ ਹੈ, ਸੋ ਵੇਟ ਕਲਾਸ ਦਾ ਕੀ ਨਾਮ ਲਿਆ ਇੱਥੇ, ਬਾਕਸ ਵੇਟ। ਸੋ ਅਸੀਂ ਇਹੀ ਨੇਮ ਯੂਜ਼ ਕਰ ਲੈਣੇ ਹਾਂ ਬਾਕਸ ਵੇਟ। ਐਂਡ ਸੇਮ ਇਹ ਵੀ ਮੇਨ ਫੰਕਸ਼ਨ ਇਸ ਚ ਨਹੀਂ ਆਏਗਾ। तो ठीक है, मेन फंक्शन इस नहीं आएगा, सो दैट मीन्स ਅਸੀਂ ਇਸ ਨੂੰ ਟਿਕ ਨਹੀਂ ਕਰਾਂਗੇ ਐਂਡ ਸਿਮਿਲਰਲੀ ਇਸ ਨੂੰ ਅਸੀਂ ਕੀ ਕਰਾਂਗੇ, ਫਿਨਿਸ਼ ਕਰਾਂਗੇ। ਦੈਟਸ ਓਕੇ। ਹੁਣ ਇਸ ਇੱਕ ਛੋਟੀ ਜੀ ਚੀਜ਼ ਹੋਰ ਕਰਨੀ ਹੈ ਅਸੀਂ, ਇੱਥੇ ਇਨਹੈਰੀਟੈਂਸ ਦਾ ਕਨਸੈਪਟ ਲਗਾਉਣਾ। ਹਾਂਜੀ ਬੇਟਾ, ਇਨਹੈਰੀਟੈਂਸ ਦਾ ਕਨਸੈਪਟ ਲਗਾਉਣ ਦੇ ਲਈ ਸਾਨੂੰ ਕਿਹੜਾ ਕੀਵਰਡ ਯੂਜ਼ ਕਰਨਾ ਪੈਂਦਾ? ਹਾਂਜੀ ਬੇਟਾ, ਇਨਹੈਰੀਟੈਂਸ ਨੂੰ ਇੰਪਲੀਮੈਂਟ ਕਰਨ ਦੇ ਲਈ ਅਸੀਂ ਕਿਹੜਾ ਕੀਵਰਡ ਯੂਜ਼ ਕਰਦੇ ਹਾਂ, ਕੀ ਲਿਖਾਂਗੇ ਇੱਥੇ? Sir, void. ਹਾਂਜੀ ਬੇਟਾ, Void जी। ਨਹੀਂ ਬੇਟਾ, void ਤਾਂ ਹੁੰਦਾ ਆਪਣੇ ਕੋਲ ਫੰਕਸ਼ਨ ਦੀ ਰਿਟਰਨ ਟਾਈਪ ਦੱਸਦਾ ਹੈਗਾ। ਠੀਕ ਹੈ, ਵੀ ਫੰਕਸ਼ਨ ਨੇ ਕੀ ਰਿਟਰਨ ਕਰਨੀ ਸੀ ਵੈਲਿਊ, ਉਹ ਤਾਂ ਉਹ ਦੱਸਦਾ ਹੈਗਾ। ਅਗਰ ਕੋਈ ਫੰਕਸ਼ਨ ਵੈਲਿਊ ਨਹੀਂ ਰਿਟਰਨ, ਹਾਂਜੀ ਬੋਲੋ 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 ਮੁਸਕਾਨ ਬੋਲੋ। Int. ਨਹੀਂ ਬੇਟਾ, Sir, slash n। Sir, sub Slash ਹਾਂਜੀ n। Slash n जी। ਨਹੀਂ, ਸਲੈਸ਼ n ਇਜ਼ ਫॉर ਨਿਊ ਲਾਈਨ ਕਰੈਕਟਰ। ਬੇਟਾ ਕੱਲ ਐਗਜ਼ਾਮਪਲ ਕੀਤੀ ਸੀ, ਉਸ ਐਗਜ਼ਾਮਪਲ ਦੇ ਵਿੱਚ ਆਪਾਂ ਇਹ ਦੇਖਿਆ ਸੀ ਕਿ ਜਿਹੜਾ ਜਦੋਂ ਵੀ ਤੁਸੀਂ ਇਨਹੈਰੀਟੈਂਸ ਦਾ ਕਨਸੈਪਟ ਲਗਾਉਣਾ ਹੈ ਤਾਂ ਉਸ ਦੇ ਵਿੱਚ ਇੱਕ ਸਪੈਸ਼ਲ ਕੀਵਰਡ ਹੁੰਦਾ ਐਂਡ ਦੈਟ ਕੀਵਰਡ ਇਜ਼ ਐਕਸਟੈਂਡਸ। ਕੀਤੀ ਸੀ ਕੱਲ ਐਗਜ਼ਾਮਪਲ ਆਪਾਂ? हाँ जी Yes. sir। yes, sir. ਹਾਂਜੀ ਬੇਟਾ, ਸੋ ਦੈਟਸ ਵਾਈ ਉਹ ਜਿਹੜਾ ਕੀਵਰਡ ਹੈ ਐਕਸਟੈਂਡਸ। ਸੋ ਇਸ ਕਰਕੇ ਬੇਟਾ ਨਾਲ ਦੀ ਨਾਲ ਇਸ ਨੂੰ ਰਿਵਾਈਜ਼ ਕਰਿਆ ਕਰੋ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ, ਇਸ ਨੂੰ ਨਾਲ ਦੀ ਨਾਲ ਰਿਵਾਈਜ਼ ਕਰਿਆ ਕਰੋ, Okay sir। ਅਦਰਵਾਈਜ਼ ਚੀਜ਼ਾਂ ਭੁੱਲ ਜਾਂਦੀਆਂ ਨੇ। Okay, sir. ਕਲੀਅਰ ਹੈ? Yes, Okay sir. sir। ਠੀਕ ਹੈ, ਸੋ ਓਕੇ, ਸੋ ਇਸ ਨੂੰ ਕੰਟੀਨਿਊ ਕਰਦੇ ਹਾਂ। ਹੁਣ ਤਾਂ ਨਹੀਂ ਭੁੱਲੋਗੇ ਇਸ ਚੀਜ਼ ਨੂੰ? No, sir. No sir। No, ਹਾਂਜੀ sir. ਹਾਂ, ਹੁਣ ਦਿਮਾਗ ਚ ਇਹਨੂੰ ਫੀਡ ਕਰ ਲਓ। ਐਕਸਟੈਂਡਸ, ਜਿਹੜੀ ਕਲਾਸ ਤੋਂ ਅਸੀਂ ਕਲਾਸ ਡਿਰਾਈਵ ਕਰਨੀ ਹੈ, ਠੀਕ ਹੈ, ਜਿਹੜੀ ਕਲਾਸ ਤੋਂ ਅਸੀਂ ਕਲਾਸ ਡਿਰਾਈਵ ਕਰਨੀ ਹੈ, ਠੀਕ ਹੈ, ਉਹ
ਹਾਂਜੀ ਸੋ ਬੇਟਾ ਇਸ ਦੇ ਵਿੱਚ ਆਪਣੇ ਕੋਲ ਕੀ ਹੋਏਗਾ, ਜਿਹੜੀ ਬਾਕਸ ਵੇਟ ਕਲਾਸ ਹੈ ਇਸ ਨੂੰ ਅਸੀਂ ਐਕਸਟੈਂਡ ਕੀਤਾ ਹੈ ਬਾਕਸ ਤੋਂ। ਓਕੇ ਸੋ ਬਾਕਸ ਤੋਂ ਐਕਸਟੈਂਡ ਕਰਨ ਦੇ ਕਰਕੇ ਜਿਹੜੀ ਬਾਕਸ ਕਲਾਸ ਦੇ ਵਿੱਚ ਜਿੰਨਾ ਵੀ ਕੰਟੈਂਟ ਹੋਏਗਾ ਉਹ ਸਾਰਾ ਆਟੋਮੈਟਿਕਲੀ ਬਾਕਸ ਵੇਟ ਦੇ ਵਿੱਚ ਆ ਜਾਏਗਾ। ਇੱਕੋ ਹੀ ਸ਼ਰਤ ਹੈ ਕਿ ਜਿਹੜਾ ਬਾਕਸ ਦਾ ਕੰਟੈਂਟ ਹੈ ਉਹ ਪ੍ਰਾਈਵੇਟ ਨਹੀਂ ਹੋਣਾ ਚਾਹੀਦਾ। ਅਗਰ ਇਹਦੇ ਮੂਹਰੇ ਮੈਂ ਪ੍ਰਾਈਵੇਟ ਲਿਖਦਾ ਤਾਂ ਉਹ ਕੰਟੈਂਟ ਮੈਂ ਇੱਧਰ ਯੂਜ਼ ਨਹੀਂ ਕਰ ਪਾਉਂਗਾ, ਅਦਰਵਾਈਜ਼ ਮੈਂ ਕਰ ਸਕਦਾ। ਠੀਕ ਹੈ, ਅਦਰਵਾਈਜ਼ ਮੈਂ ਕਰ ਸਕਦਾ ਕੰਟੈਂਟ। ਸੋ ਇਸ ਕਰਕੇ ਮੈਂ ਬਾਕਸ ਵੇਟ ਵਾਲੀ ਕਲਾਸ ਦੇ ਵਿੱਚ ਬਾਕਸ ਦੇ ਜਿੰਨੇ ਵੀ ਆਹ ਵੇਰੀਏਬਲਸ ਨੇ, ਜਿੰਨੇ ਵੀ ਆਹ ਕੰਸਟਰਕਟਰਸ ਨੇ, ਜਿੰਨੇ ਵੀ ਫੰਕਸ਼ਨਸ ਨੇ, ਸਭ ਨੂੰ ਕਾਲ ਕਰ ਸਕਦਾ। ਹਾਂਜੀ ਕਲੀਅਰ ਹੈ ਬੇਟਾ ਇਹ ਚੀਜ਼? Yes, Yes, sir. sir. Yes, sir. Okay beta, this is the concept of inheritance. This is the concept of inheritance and this is the property of inheritance by which you can use the code which is already in your complete package ਔਰ ਜਿਸ ਨੂੰ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਤੁਸੀਂ ਆਲਰੇਡੀ ਲਿਖਿਆ ਹੋਇਆ ਹੈ ਐਂਡ ਉਸ ਨੂੰ ਤੁਸੀਂ ਦੁਬਾਰਾ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਐਂਡ ਇਸ ਕਰਕੇ ਤੁਸੀਂ ਦੁਬਾਰਾ ਯੂਜ਼ ਕਰਨ ਦੇ ਲਈ ਉਸ ਕੋਡ ਨੂੰ ਦੁਬਾਰਾ ਨਹੀਂ ਲਿਖਣਾ ਚਾਹੁੰਦੇ ਐਂਡ ਲਿਖਣਾ ਵੀ ਨਹੀਂ ਚਾਹੀਦਾ ਐਂਡ ਉਸੇ ਚੀਜ਼ ਨੂੰ ਰਿਡਿਊਸ ਕਰਨ ਦੇ ਲਈ ਆਪਾਂ ਕੀ ਕਨਸੈਪਟ ਯੂਜ਼ ਕਰਦੇ ਹਾਂ, ਇਨਹੈਰੀਟੈਂਸ। ਕਲੀਅਰ ਹੈ ਬੇਟਾ? Yes, sir. Yes, sir. Yes, sir. ਠੀਕ ਹੈ ਬੇਟਾ, ਇਹ ਹਮੇਸ਼ਾ ਯਾਦ ਰੱਖਿਓ ਬੱਚੇ ਕਿ ਜਿਹੜੇ ਓਪਸ ਦੇ ਕਨਸੈਪਟਸ ਨੇ, ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਜੋ ਕਨਸੈਪਟਸ ਨੇ, ਉਹ ਹਮੇਸ਼ਾ ਤੁਸੀਂ ਕਿਸੇ ਨੂੰ ਇਦਾਂ ਸਮਝਾ ਸਕੋ ਜਿਸ ਨੂੰ ਕੰਪਿਊਟਰ ਦਾ ABC ਵੀ ਨਹੀਂ ਆਉਂਦਾ, ਤਾਂ ਤੁਸੀਂ ਐਕਚੁਅਲੀ ਜੋ ਚੀਜ਼ਾਂ ਹੈ ਉਸ ਨੂੰ ਉਹਨਾਂ ਨੂੰ ਸਮਝ ਸਕੋ। ਠੀਕ ਹੈ, ਇਨਹੈਰੀਟੈਂਸ ਦਾ ਸਿੰਪਲ ਪਤਾ ਲੱਗ ਗਿਆ ਆਪਾਂ ਨੂੰ ਸਾਰਿਆਂ ਨੂੰ ਵੀ ਕੋਈ ਚੀਜ਼ ਕੋਈ A ਚੀਜ਼ ਹੈ, ਉਹ A ਚੀਜ਼ ਦੇ ਫੀਚਰ ਨੇ, ਇੱਕ B ਚੀਜ਼ ਉਸ A ਤੋਂ ਬਣੀ ਹੈ। ਬੇਟਾ ਜੋ B ਚੀਜ਼ A ਤੋਂ ਬਣੀ ਹੈ ਇਹਦਾ ਮਤਲਬ ਤਾਂ ਇਹੀ ਹੋ ਗਿਆ ਨਾ ਵੀ ਕੁਝ ਨਾ ਕੁਝ ਫੀਚਰਸ ਉਹਦੇ ਜ਼ਰੂਰ ਆਏ ਹੋਣਗੇ A ਦੇ, ਇਹੀ ਇਨਹੈਰੀਟੈਂਸ। ਠੀਕ ਹੈ, ਸੋ ਹੁਣ ਅਸੀਂ ਕੀ ਕਰਾਂਗੇ Yes, sir. ਇੱਥੇ, ਹੁਣ ਜਿਹੜੇ ਸਾਡੇ ਕੋਲ ਇੱਥੇ ਡੈਪਥ ਵੇਰੀਏਬਲ ਹੈ ਬੇਟਾ, ਡੈਪਥ ਨੂੰ ਅਸੀਂ ਅਸਾਈਨ ਕਰਤਾ ਐਂਡ ਵਿਡਥ ਨੂੰ ਵਾਂਸ ਅਗੇਨ ਅਸਾਈਨ ਕਰਤਾ ਐਂਡ ਉਸ ਤੋਂ ਬਾਅਦ ਹਾਈਟ ਨੂੰ ਵਾਂਸ ਅਗੇਨ ਅਸੀਂ ਅਸਾਈਨ ਕਰਤਾ। ਦੇਖੋ ਮੈਂ ਸਾਰੇ ਵੇਰੀਏਬਲ ਯੂਜ਼ ਕਰ ਪਾ ਰਿਹਾ ਇੱਥੇ, ਠੀਕ ਹੈ ਨਾ, ਹਾਲਾਂਕਿ ਕਲਾਸ ਇਹ ਬਾਕਸ ਵੇਟ ਦੀ ਹੈ ਪਰ ਵੇਰੀਏਬਲਸ ਮੈਂ ਕਿਹੜੇ ਯੂਜ਼ ਕਰ ਪਾ ਰਿਹਾ, ਬਾਕਸ ਕਲਾਸ। ਠੀਕ ਹੈ, ਨਾਓ ਨੈਕਸਟ ਆਪਣੇ ਕੋਲ ਕੀ ਹੈ ਬੇਟਾ, ਇੱਥੇ ਤੱਕ ਆਪਾਂ ਸਾਰਾ ਕਰ ਲਿਆ। ਹੁਣ ਆਪਣੀ ਗੱਲ ਆਉਂਦੀ ਹੈ ਮੇਨ ਕਲਾਸ। ਹੁਣ ਆਪਾਂ ਸੇਮ ਪੈਕੇਜ ਤੇ ਜਾਵਾਂਗੇ, ਪੈਕੇਜ ਤੇ ਰਾਈਟ ਕਲਿੱਕ ਕਰਾਂਗੇ ਐਂਡ ਦੈਨ ਮੇਨ ਕਲਾਸ ਕ੍ਰੀਏਟ ਕਰਾਂਗੇ ਐਂਡ ਮੇਨ ਕਲਾਸ ਦਾ ਸਾਡਾ ਨਾਮ ਹੈ ਡੈਮੋ ਬਾਕਸ ਵੇਟ। ਓਕੇ, ਐਂਡ ਉਸ ਤੋਂ ਬਾਅਦ ਅਸੀਂ ਇਸ ਨੂੰ ਟਿਕ ਕਰਾਂਗੇ। ਇੱਕ ਬੇਟਾ ਹਮੇਸ਼ਾ ਯਾਦ ਰੱਖਣਾ, ਜਿਹੜਾ ਡੈਮੋ ਬਾਕਸ ਵੇਟ ਹੈ, ਠੀਕ ਹੈ, ਜਦੋਂ ਵੀ ਮੇਨ ਕਲਾਸ ਬਣਾਉਂਗੇ ਜਿਸ ਦੇ ਵਿੱਚ ਮੇਨ ਫੰਕਸ਼ਨ ਹੋਏਗਾ, ਉਸ ਕਲਾਸ ਦਾ ਨਾਮ ਤੇ ਉਸ ਫਾਈਲ ਦਾ ਨਾਮ ਦੋਨੇ ਚੀਜ਼ਾਂ ਸੇਮ ਹੋਣੀਆਂ ਚਾਹੀਦੀਆਂ, ਇਹ ਹਮੇਸ਼ਾ ਯਾਦ ਰੱਖ। ਓਕੇ, ਹੁਣ ਇਸ ਤੋਂ ਬਾਅਦ ਕੀ ਕਰੋਗੇ, ਇਸ ਤੋਂ ਬਾਅਦ ਅਸੀਂ 1 by 1 ਆਬਜੈਕਟ ਕ੍ਰੀਏਟ ਕਰਦੇ। ਸੋ ਆਬਜੈਕਟ ਪਹਿਲਾਂ ਕਰਾਂਗੇ ਬਾਕਸ ਵੇਟ ਦਾ, ਬਾਕਸ ਵੇਟ, ਇਸ ਦੇ ਵਿੱਚ ਕੀ ਕਰਾਂਗੇ ਮਾਈ ਬਾਕਸ 1। ਸੋ ਪਹਿਲਾ ਬਾਕਸ ਕ੍ਰੀਏਟ ਕੀਤਾ, ਨਿਊ, ਦੈਨ ਕਲਾਸ ਦਾ ਨਾਮ ਬਾਕਸ ਵੇਟ ਐਂਡ ਉਸ ਤੋਂ ਬਾਅਦ ਇਸ ਚ ਪਾਸ ਕਰਾਂਗੇ ਪੈਰਾਮੀਟਰਸ। ਹੁਣ ਬੇਟਾ ਕਿੰਨੇ ਪੈਰਾਮੀਟਰ ਚਾਹੀਦੇ ਸਾਨੂੰ ਇਸ ਦੇ ਵਿੱਚ, ਦੇਖੋ ਇਸ ਦੇ ਵਿੱਚ 1 2 3 ਐਂਡ 4 ਚਾਰ ਪੈਰਾਮੀਟਰ, ਚਾਰ ਵੈਲਿਊਜ਼ ਅਸੀਂ ਪਾਸ ਕਰਨੀਆਂ ਚਾਹੁੰਦੇ ਹਾਂ ਇੱਥੇ। ਸੋ ਚਾਰ ਵੈਲਿਊਜ਼ ਅਸੀਂ ਪਾਸ ਕਰਾਂਗੇ। ਸੋ ਲਾਈਕਵਾਈਜ਼ ਜਿਵੇਂ ਇਹਨਾਂ ਨੇ ਪਾਸ ਕੀਤਾ 10, 20, 15, 34.3, ਤੁਸੀਂ ਕੋਈ ਵੀ ਵੈਲਿਊ ਲੈ ਸਕਦੇ ਹੋ, ਇਹ ਤੁਹਾਡੇ ਉੱਪਰ ਹੈ। ਸੋ ਮੈਂ ਬੁੱਕ ਵਾਲੀ ਐਗਜ਼ਾਮਪਲ ਹੀ ਯੂਜ਼ ਕਰ ਰਿਹਾ ਐਂਡ ਉਸ ਤੋਂ ਬਾਅਦ ਬੇਟਾ ਆਪਣੇ ਕੋਲ ਨੈਕਸਟ ਕੀ ਹੈ, ਬਾਕਸ ਵੇਟ then my box 2 equals to new, then once again box weight and ਉਸ ਤੋਂ ਬਾਅਦ 2, 3, 4 and ਉਸ ਤੋਂ ਬਾਅਦ 0.076। ਸੋ ਬੇਟਾ ਦੋ ਆਬਜੈਕਟ ਮੈਂ ਕ੍ਰੀਏਟ ਕਰ ਲਿਆ ਬਾਕਸ ਵੇਟ ਕਲਾਸ ਦੇ ਐਂਡ ਦੋਨਾਂ ਨੂੰ ਮੈਂ ਕੁਛ ਨਾ ਕੁਛ ਵੈਲਿਊਜ਼ ਦੇਤੀਆਂ। ਹਾਂਜੀ ਕਲੀਅਰ ਹੈ ਬੇਟਾ ਇੱਥੇ ਤੱਕ ਸਾਰਿਆਂ ਨੂੰ? Yes, sir. Yes, sir. Yes, sir. ਓਕੇ ਬੇਟਾ,
तो उस तो Yes, बाद एक वेरिएबल ले लिया मैं डबल विच इज वॉल्यूम। एक बेटा मीटिंग एंड हो रही है विद इन 8 to 9 मिनट। okay, sir. ਸੋ ਸੇਮ ਦੇ ਉੱਤੇ ਤੁਸੀਂ ਜੁਆਇਨ ਕਰ ਲੈਣਾ ਬੇਟਾ ਲਿੰਕ ਦੇ ਉੱਪਰ। ਓਕੇ ओके सर। Okay, ओके sir. सर। ਓਕੇ तो उस तो बाद अपने कोल है बच्चे उस तो बाद है अपने कोल वॉल्यूम। ठीक है सो वॉल्यूम ਦੇ ਵਿੱਚ ਆਪਣੇ ਕੋਲ ਆਪਾਂ ਵॉल्यूम ਦੇਖਾਂਗੇ ਵॉल्यूम ਕਿਵੇਂ ਆਪਾਂ ਠੀਕ ਹੈ ਕ੍ਰੀਏਟ ਕਰਨਾ ਹੈ ਇੱਥੇ। ਸੋ ਵॉल्यूम mybox.volume ਵॉल्यूम ਨਾਮ ਦਾ ਫੰਕਸ਼ਨ ਤਾਂ ਹੈਗਾ ਹੀ ਆਲਰੇਡੀ। ਠੀਕ ਹੈ ਸੋ ਬਾਕਸ ਵੇਟ ਕਲਾਸ ਬਣੀ ਹੋਈ ਹੈ ਬਾਕਸ ਤੋਂ, ਇਸ ਕਰਕੇ ਬਾਕਸ ਵੇਟ ਦੇ ਵਿੱਚ ਜਿੰਨੇ ਵੀ ਫੰਕਸ਼ਨਸ ਨੇ ਉਹ ਸਾਰੇ ਅਸੀਂ ਯੂਜ਼ ਕਰ ਸਕਦੇ ਹਾਂ। ਸੋ ਸਿੰਪਲੀ ਅਸੀਂ ਵॉल्यूम ਨਾਮ ਦਾ ਫੰਕਸ਼ਨ ਇੱਥੇ ਕੀ ਕਰਾਂਗੇ ਕਾਲ ਕਰਾਂਗੇ ਐਂਡ ਆਟੋਮੈਟਿਕਲੀ ਸਾਡਾ ਵॉल्यूम ਇੱਥੇ ਕੈਲਕੂਲੇਟ ਹੋ ਜਾਏਗਾ। ਨਾਓ ਉਸ ਤੋਂ ਬਾਅਦ ਕੁਝ ਲਾਈਨਾਂ ਪ੍ਰਿੰਟ ਕਰਨੀਆਂ ਨੇ ਉਹ ਤੁਸੀਂ ਕਰ ਸਕਦੇ ਹੋ, that is not a big task। ठीक है उस सिंपली क्या लिखना है सिस्टम डॉट आउट डॉट प्रिंट न्यू लाइन println एंड println ਦੇ ਵਿੱਚ ਤੁਸੀਂ ਜਾ ਕੇ ਲਿਖੋਗੇ एक स्ट्रिंग बना दोगे वॉल्यूम इज ठीक है यहाँ लिख दोगे वॉल्यूम ऑफ माई बॉक्स 1 इज इथे प्लस इज फॉर कंकैटिनेशन दो चीजों ਨੂੰ ਜੁਆਇਨ ਕਰਨ ਲਈ ਯੂਜ਼ ਕਰਦੇ ਹਾਂ प्लस एंड देन वॉल। ओके नाउ नेक्स्ट ਅਸੀਂ ਸਿੰਪਲੀ ਵੇਟ ਪ੍ਰਿੰਟ ਕਰਾਣਾ ਹੈ ਤਾਂ ਵੇਟ ਪ੍ਰਿੰਟ ਕਰਾਉਣ ਦੇ ਲਈ system.out.println ਐਂਡ ਇੱਥੇ ਤੁਸੀਂ ਲਿਖ ਦੋਗੇ weight of the box क्योंकि बेटा weight ਦਾ ਕੋਈ ਰੋਲ ਨਹੀਂ ਨਾ ਹੈਗਾ ਵॉल्यूम ਦੇ ਵਿੱਚ। weight of the my box 1 is that is plus ਹਾਂਜੀ ਹੁਣ ਇੱਥੇ weight ਨੂੰ ਸਿੱਧਾ ਐਕਸੈਸ ਨਹੀਂ ਕਰ ਸਕਦੇ तो सिंपल पहला ऑब्जेक्ट लिखांगे my box 1 डॉट वेट। ठीक है उस तो बाद नेक्स्ट है इथे एक लाइन प्रिंट कर देंगे एक्स्ट्रा system डॉट आउट डॉट println सिंपल खाली लाइन आ गई एंड सेम वाइज बेटा आप सारा जो प्रोसेस है वो रिपीट करांगे दूजे बॉक्स पे। सो इसे नु मैं कॉपी कर लेना सो कॉपी करके मैं नीचे ले आना एंड जिथे जिथे मेरा बॉक्स 1 सी उथे मैं बॉक्स 2 कर देना। सो ऑटोमेटिकली मेरा जो है बॉक्स 2 का भी इथे जो है वो सारा कुछ कैलकुलेट हो जाएगा। सो सेम वाइज मैं इथे भी बॉक्स 2 लिख देना एंड देन ऑटोमेटिकली इथे भी बॉक्स 2 हो जाएगा। ओके सो देन आफ्टर दैट इसमें ਅਸੀਂ ਕਰਦੇ ਆ सेव एंड ओके सो इसमें ਕਰਦੇ ਆ रन। Let's see the output. Okay, so here is the output. अपने को output आ गई बेटा। So output नीचे वाले नाल आप इधर बुक नाल भी मैच करके देख लेने हैं। So पहले बॉक्स का जो वॉल्यूम है 3000 because 10 into 20 into 15 is 3000 and weight कितना सी 34.3 वो ऑटोमेटिकली थे डिस्प्ले हो गया। Then 2,3,4 so that is ये हो गया अपने को 4 3 12 12 into 2 24 so 24 is the volume of the second box and weight is 0.076. okay so that is the weight of the second box। हाँ जी बेटा क्लियर होया सारे नु इत्थे तक? यस सर। यस Yes, सर। yes, sir. हाँ जी बच्चे क्लियर है किसी नु कोई डाउट? बिकॉज बेटा इस वीक ਦੇ ਐਂਡ ਦੇ ਵਿੱਚ ਜੋ ਤੁਹਾਡਾ ਕੰਟੈਂਟ ਹੋ ਚੁੱਕਿਆ ਹੈ ਐਮਐਸਟੀ ਤੋਂ ਬਾਅਦ ਵਾਲਾ ਉਸ ਦੇ ਵਿੱਚੋਂ ਤੁਹਾਨੂੰ ਐਮਸੀਕਿਊਜ਼ ਆਉਣਗੇ ਜਿਵੇਂ ਆਪਾਂ ਪਿਛਲੀ ਵਾਰ ਕੀਤੇ ਸੀ ਐਮਸੀਕਿਊਜ਼। Okay, sir. ਠੀਕ ਹੈ Yes, ਸੋ ਇਸ sir. ਨੂੰ ਸਮਝਣਾ ਜ਼ਰੂਰੀ ਹੈ ਐਂਡ ਹਾਂ ਇਸ ਤੋਂ ਕੋਈ ਡਾਊਟ ਹੁੰਦਾ ਤਾਂ ਪਲੀਜ਼ ਨੋਟ ਕਰ ਲਿਆ ਕਰੋ। ਅਗਰ ਇਸ ਕਲਾਸ ਦੇ ਵਿੱਚ ਨਹੀਂ ਪਤਾ ਲੱਗਦਾ ਇਮੀਡੀਏਟ ਕਲਾਸ ਦੇ ਵਿੱਚ ਨਹੀਂ ਪਤਾ ਲੱਗਦਾ ਤਾਂ ਪਲੀਜ਼ ਨੋਟ ਇਟ ਡਾਊਨ and so that you can ask the doubt in the next class। so next class ਦੇ starting ਦੇ ਵਿੱਚ ਤੁਸੀਂ
ਡਾਊਟ ਪੁੱਛ ਸਕਦੇ ਹੋ। ਜਦੋਂ ਆਪਾਂ 5-4 ਮਿੰਟ ਵੇਟ ਕਰਦੇ ਹਾਂ ਸਟੂਡੈਂਟਸ ਦੇ ਲਈ, ਤੁਸੀਂ ਉਸ ਟਾਈਮ ਦੇ ਵਿੱਚ ਆਪਣਾ ਡਾਊਟ ਪੁੱਛ ਸਕਦੇ ਹੋ। ਠੀਕ ਹੈ ਬੇਟਾ? ਓਕੇ ਸਰ। ਓਕੇ ਸਰ। तो हाले भी बेटा देख लो, अगर कोई इस चीज ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ